ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਭਾਦੋ ਸੁਦੀ 9ਵੀਂ ਸੰਮਤ 1551 ਬਿਕਰਮੀ ਸਨ 1494 ਈਸਵੀ ਨੂੰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪੰਜਾਬ ਵਿਖੇ ਹੋਇਆ। ਬਾਬਾ ਜੀ ਦੇ ਮਾਤਾ ਸੁਲੱਖਣੀ ਜੀ ਇੱਕ ਦੇਵ ਆਤਮਾ ਸਨ। ਬਾਬਾ ਜੀ ਦੇ ਜਨਮ ਨਾਲ ਕਈ ਸਧਾਰਨ ਕਥਾਵਾਂ ਵੀ ਜੁੜੀਆਂ ਹਨ ਕਿ ਜਦੋਂ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਹੋਇਆ, ਜਨਮ ਅਸਥਾਨ ਸੁਗੰਧੀ ਨਾਲ ਪ੍ਰਫੁੱਲਤ ਹੋ ਗਿਆ ਸੀ। ਉਹਨਾਂ ਦੇ ਸੱਜੇ ਕੰਨ ਵਿੱਚ ਮਾਸ ਦੀ ਮੁਦਰਾ ਸੀ। ਛੋਟੇ ਛੋਟੇ ਕੁੰਗਰਾਲੇ ਵਾਲ ਲਿਸ਼ਕਦੇ ਸਨ। ਸੁਲਤਾਨਪੁਰ ਵਿਖੇ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ, ਉੱਥੇ ਗੁਰਦੁਆਰਾ ਗੁਰੂ ਕਾ ਬਾਗ ਸਥਾਪਿਤ ਹੈ। ਬਾਬਾ ਸ੍ਰੀ ਚੰਦ ਜੀ ਉਦਾਸੀ ਪੰਥ ਦੇ ਬਾਨੀ, ਮਹਾਨ ਵਿਅਕਤੀਤਵ ਅਤੇ ਪ੍ਰਤਿਭਾ ਦੇ ਮਾਲਕ, ਅਦਭੁਤ ਤੇ ਅਲੌਕਿਕ ਸ਼ਕਤੀਆਂ ਦੇ ਅਪੂਰਨ ਸੁਆਮੀ, ਧਰਮ, ਅਰਥ, ਕਾਮ ਅਤੇ ਮੋਖ ਦੇ ਦਾਤਾ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਚਾਰ ਚੰਨ ਲਾਏ ਅਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਵਾਧਾ ਕੀਤਾ। ਉਹਨਾਂ ਦੀ ਕਮਾਈ ਅਤੇ ਕੀਰਤੀ ਧੰਨਤਾ ਯੋਗ ਹੈ। ਜਿੱਥੇ ਜਿੱਥੇ ਦੇਸ਼ ਅਤੇ ਪ੍ਰਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਭਾਵ ਯਾਤਰਾਵਾਂ ਕਰਦੇ ਗਏ ਤਾਂ ਧਰਮਸ਼ਾਲ ਸਥਾਪਿਤ ਕਰਦੇ ਗਏ। ਇਹਨਾਂ ਸਾਰਿਆਂ ਅਸਥਾਨਾਂ ਤੇ ਬਾਬਾ ਸ੍ਰੀ ਚੰਦ ਜੀ ਜਾ ਕੇ ਦਰਸ਼ਨ ਹੀ ਨਹੀਂ ਕਰਦੇ ਸਨ, ਬਲਕਿ ਉਹਨਾਂ ਦੀ ਸੇਵਾ ਸੰਭਾਲ ਵੀ ਕਰਦੇ ਸਨ। ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਛੋਟੀ ਉਮਰ ਵਿੱਚ ਹੀ ਆਪਣੀ ਅਧਿਆਤਮਿਕ ਅਵਸਥਾ ਵਿੱਚ ਹੀ ਦੀਕਸ਼ਾ ਸਿੱਖਿਆ ਦੇਣੀ ਆਰੰਭੀ, ਜਿਸ ਨਾਲ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਅਤੇ ਕਈ ਘੰਟੇ ਸਿਮਰਨ ਵਿੱਚ ਲੀਨ ਹੋਣਾ ਹੀ ਆਪਣਾ ਸੁਭਾਅ ਬਣਾ ਲਿਆ। ਉਹਨਾਂ ਨੂੰ ਜੋ ਵੀ ਧਾਰਮਿਕ ਕਥਾਵਾਂ ਸੁਣਾਈਆਂ ਜਾਂਦੀਆਂ, ਉਹਨਾਂ ਨੂੰ ਬਾਬਾ ਜੀ ਅਤੇ ਧਿਆਨ ਨਾਲ ਇਕਚਿਤ ਹੋ ਕੇ ਸੁਣਦੇ। ਆਪਣੀ ਉਮਰ ਦੇ ਬੱਚਿਆਂ ਵਾਂਗੂ ਕਿਸੇ ਖੇਡ ਵਿੱਚ ਨਹੀਂ ਸਨ ਪੈਂਦੇ, ਸਗੋਂ ਜਦੋਂ ਉਹਨਾਂ ਦੇ ਸਾਥੀ ਉਹਨਾਂ ਨੂੰ ਖੇਡਣ ਲਈ ਘੇਰਦੇ ਤਾਂ ਉਹ ਉਹਨਾਂ ਨੂੰ ਇਕੱਠਾ ਬਿਠਾ ਕੇ ਸਿਮਰਨ ਜਾਂਚ ਦੱਸਦੇ। ਉਹਨਾਂ ਦੇ ਬਚਪਨ ਨਾਲ ਕਈ ਅਲੌਕਿਕ ਮੁਆਜਜ਼ੇ ਜੁੜੇ ਹੋਏ ਸਨ, ਜਿਵੇਂ ਕਿ ਇੱਕ ਵਾਰੀ ਉਹ ਜੰਗਲ ਤੋਂ ਵਾਪਸ ਘਰ ਨਹੀਂ ਆਏ। ਬਹੁਤ ਦੇਰ ਹੋ ਗਈ, ਲੋਕ ਬਹੁਤ ਚਿੰਤਤ ਹੋ ਉੱਠੇ। ਉਹਨਾਂ ਦੀ ਭਾਲ ਵਿੱਚ ਕੁਝ ਬੰਦੇ ਭੇਜੇ ਗਏ। ਉਹ ਦੇਖ ਕੇ ਹੈਰਾਨ ਹੋ ਗਏ ਕਿ ਬਾਬਾ ਜੀ ਡੂੰਘੀ ਸਮਾਧੀ ਵਿੱਚ ਲੀਨ ਸਨ। ਉਹਨਾਂ ਦੇ ਆਲੇ ਦੁਆਲੇ ਜੰਗਲੀ ਜਾਨਵਰ, ਹਾਥੀ, ਸ਼ੇਰ, ਚੀਤੇ ਆਦਿ ਇਕਾਗਰ ਚਿੱਤ ਅੱਖਾਂ ਬੰਦ ਕਰੀ ਬੈਠੇ ਸਨ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਆਪਣੇ ਮਾਲਕ ਦੀ ਰਹੱਸਮਈ ਸ਼ਕਤੀ ਦਾ ਆਨੰਦ ਮਾਣ ਰਹੇ ਹੋਣ। ਬਾਬਾ ਸ੍ਰੀ ਚੰਦ ਜੀ ਦੀ ਵਿਦਵਤਾ, ਬ੍ਰਹਮ ਗਿਆਨ ਦੀ ਸੂਝ, ਈਸ਼ਵਰ ਹਸਤੀ ਅਤੇ ਸਤ ਦੀ ਪਛਾਣ ਮਨੁੱਖ ਦਾ ਸਹੀ ਮੰਤਵ ਤੇ ਜੀਵਨ ਮਨੋਰਥ ਪ੍ਰਗਟ ਕਰਦੀ ਹੈ। ਉਹਨਾਂ ਦੀ ਸਾਦਗੀ ਸਚਾਈ ਤੋਂ ਪਵਿੱਤਰਤਾ ਅਤੇ ਉੱਚਤਮ ਅਧਿਆਤਮਕਤਾ ਅਤੇ ਸੁੰਦਰਤਾ ਤਥਾ ਸਤਿਅਮ ਸ਼ਿਵਮ ਸੁੰਦਰਮ ਦਾ ਸਰੂਪ ਹੈ। ਬਾਬਾ ਸ੍ਰੀ ਚੰਦ ਜੀ ਦੀਆਂ ਮਹਾਨਤਾਵਾਂ, ਉਹਨਾਂ ਦੀਆਂ ਕਰਤੱਵਵਾਨ ਅਤੇ ਤਪੱਸਿਆਵਾਂ ਨੂੰ ਸਾਹਿਤਕਾਰਾਂ ਤੇ ਇਤਿਹਾਸਕਾਰਾਂ ਨੇ ਸਹੀ ਅਰਥਾਂ ਵਿੱਚ ਬਿਆਨ ਨਹੀਂ ਕੀਤਾ, ਜਿਸ ਦੇ ਫਲਸਰੂਪ ਬਾਬਾ ਸ੍ਰੀ ਚੰਦ ਜੀ ਦੀਆਂ ਵਿਸ਼ੇਸ਼ਤਾਵਾਂ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਅਨੁਯਾਈਆਂ ਨੂੰ ਸਾਰਥਿਕ ਰੂਪ ਵਿੱਚ ਪ੍ਰਸਤੁਤ ਨਹੀਂ ਕੀਤਾ ਜਾ ਸਕਿਆ, ਜਿਸ ਨਾਲ ਕਈ ਪ੍ਰਕਾਰ ਦੀ ਭ੍ਰਾਂਤੀਆਂ ਪੈ ਗਈਆਂ। ਉਦਾਸੀ ਸ਼ਬਦ ਸੰਸਕ੍ਰਿਤ ਦੇ ਧਾਤੂ ਉਦਾਸੀਨ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਉਪਰਾਮਤਾ, ਵਿਰੁਕਤਾ ਆਦਿ। ਉਦ ਆਸੀਨ ਉੱਪਰ ਬੈਠਾ, ਜਿਸ ਤੋਂ ਭਾਵ ਹੈ ਉੱਚ ਆਸਨ ਤੇ ਬੈਠਾ ਹੋਇਆ, ਜੋ ਪੁਰਸ਼ ਮੋਹ ਮਾਇਆ ਤੋਂ ਉੱਪਰ ਉੱਠ ਕੇ ਸੰਸਾਰਕ ਬੰਧਨਾਂ ਤੋਂ ਨਿਰਲੇਪ ਰਹਿ ਕੇ ਜੀਵਨ ਬਤੀਤ ਕਰਦਾ ਹੈ। ਉਦਾਸੀਨ ਤੋਂ ਭਾਵ ਉਪਰਾਮਤਾ, ਵਿਰਕਤਤਾ, ਨਿਰਾਸਤਾ, ਸੰਗਿਆ। ਸਿੱਖ ਕੌਮ ਦਾ ਇੱਕ ਅੰਗੀ ਪੰਥ ਬਾਬਾ ਸ੍ਰੀ ਚੰਦ ਜੀ ਤੋਂ ਚੱਲਿਆ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ। ਬਾਬਾ ਗੁਰਦਿੱਤਾ ਜੀ ਇਹਨਾਂ ਦੇ ਪਹਿਲੇ ਚੇਲੇ ਸਨ। ਇਹਨਾਂ ਦੇ ਚਾਰ ਧੂਏ ਉਦਾਸੀਆਂ ਦੇ ਪ੍ਰਸਿੱਧ ਹਨ। ਸਵਾਸੀ ਗੰਗੇਸਵਰਾਨੰਦ ਜੀ ਨੇ ਆਪਣੀ ਪੁਸਤਕ ਸਰੋਤ ਮੁਨ ਚਰਿਤਮ੍ਰਿਤ ਵਿੱਚ ਉਦਾਸੀ ਸ਼ਬਦ ਦੀ ਵਿਆਖਿਆ ਵੇਲੇ ਉਦ ਦਾ ਅਰਥ ਸਰਵੋਦ੍ਰਿਸ਼ਟ ਜਾਂ ਸਰਵ ਪਾਪ ਵਿਨਿਰਮੁਕਤ ਅਤੇ ਆਸੀਨ ਦਾ ਅਰਥ ਸਥਿਤੀ ਕਰਦੇ ਹਨ। ਸੰਖੇਪ ਵਿੱਚ ਉਦਾਸੀ ਦਾ ਅਰਥ ਸੰਸਾਰ ਵੱਲੋਂ ਉਪਰਾਮਤਾ ਹੈ, ਪਰ ਉਦਾਸੀ ਸੰਤ ਸੰਸਾਰ ਵਿੱਚ ਰਹਿ ਕੇ ਲੋਕਾਈ ਨੂੰ ਗੁਰਮਤ ਮਾਰਗ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੇ ਰਹੇ ਹਨ। ਬਾਬਾ ਸ੍ਰੀ ਚੰਦ ਜੀ ਛੋਟੀ ਅਵਸਥਾ ਵਿੱਚ ਹੀ ਜੰਗਲਾਂ ਵਿੱਚ ਜਾ ਕੇ ਸਮਾਧੀ ਵਿੱਚ ਲਿਵਲੀਨ ਹੋ ਜਾਂਦੇ ਸਨ।
ਗੁਰੂ ਸਾਹਿਬ ਜੀ ਨੇ ਵੀ ਅੱਖੀਂ ਦੇਖਿਆ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਸਾਰ ਫੇਰੀ ਭਾਵ ਉਦਾਸੀ ਪ੍ਰਚਾਰਕ ਦੌਰੇ ਤੇ ਜਾਣ ਲੱਗੇ ਤਾਂ ਆਪਣੇ ਬਾਲ ਬਾਬਾ ਸ੍ਰੀ ਚੰਦ ਜੀ ਦੀ ਬਾਂਹ ਆਪਣੀ ਭੈਣ ਨਾਨਕੀ ਜੀ ਦੇ ਸਪੁਰਦ ਕਰਨ ਲਗੇ ਤਾਂ ਆਪ ਜੀ ਉਹਨ ਕਿਹਾ ਕਿ ਇਹ ਕੋਈ ਸਧਾਰਨ ਬਾਲ ਨਹੀਂ ਸਮਝਣਾ, ਬਲਕਿ ਇਹ ਆਪਣੇ ਜਪ ਤਪ ਅਤੇ ਪ੍ਰੇਮਾ ਭਗਤੀ ਦੇ ਪ੍ਰਤਾਪ ਨਾਲ ਪ੍ਰਸਿੱਧ ਮਹਾਤਮਾ ਹੋਵੇਗਾ, ਆਪਣਾ ਪੱਥ ਚਲਾਏਗਾ ਅਤੇ ਮਾਨਵਤਾ ਦੀ ਸੇਵਾ ਕਰਦਿਆਂ ਵੱਡਾ ਕਰਾਮਤੀ, ਜਤੀ ਸਤੀ ਅਤੇ ਚਿਰੰਜੀਵੀ ਸਾਧੂ ਬਣੇਗਾ। ਸਮਾਂ ਬੀਤਦਾ ਗਿਆ ਅਤੇ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਅਖੀਰਲੀ ਉਦਾਸੀ ਤੋਂ ਵਾਪਸ ਆ ਕੇ ਕਰਤਾਰਪੁਰ ਡੇਰੇ ਲਾਏ ਤਾਂ ਇੱਕ ਧਰਮਸ਼ਾਲਾ ਕਾਇਮ ਕੀਤੀ, ਜਿੱਥੇ ਸਵੇਰੇ ਸ਼ਾਮ ਨਾਮ ਬਾਣੀ ਦਾ ਜਾਪ ਅਤੇ ਪ੍ਰਭੂ ਦਾ ਕੀਰਤਨ ਹੋਣ ਲੱਗਿਆ। ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੁਪੁੱਤਰ ਨੂੰ ਬੁਲਾ ਕੇ ਛਾਤੀ ਨਾਲ ਲਾ ਕੇ ਪਿਆਰ ਕੀਤਾ ਅਤੇ ਆਪਣੀ ਉਦਾਸੀ ਵਾਲਾ ਲਿਬਾਸ ਬਾਬਾ ਜੀ ਨੂੰ ਅਰਪਣ ਕਰਦਿਆਂ ਸਿਰ ਤੇ ਹੱਥ ਰੱਖਿਆ ਕਿ ਅੱਜ ਤੋਂ ਤੁਹਾਨੂੰ ਸੰਪੂਰਨ ਮਹਾਪੁਰਸ਼ ਕਹਿ ਕੇ ਨਿਵਾਜਦਾ ਹਾਂ ਅਤੇ ਉਸ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਤੁਹਾਡੇ ਨਾਲ ਹੋਣਗੀਆਂ ਅਤੇ ਹਰ ਮੈਦਾਨ ਫਤਿਹ ਹੋਵੇਗੀ। ਵੱਡੇ ਵੱਡੇ ਰਾਜੇ, ਬਾਦਸ਼ਾਹ, ਪੈਗੰਬਰ ਤੁਹਾਨੂੰ ਸੀਸ ਝੁਕਾਉਣਗੇ, ਰਿੱਧੀਆਂ ਸਿੱਧੀਆਂ ਤੁਹਾਡੇ ਪੈਰਾਂ ਨੂੰ ਚੁੰਮਣਗੀਆਂ ਅਤੇ ਤੁਸੀਂ ਤਾਂ ਬਹੁਤ ਮਹਾਨ ਧਰਮੀ ਪੁਰਖ ਹੋ। ਛੋਟੀ ਆਯੂ ਵਿੱਚ ਹੀ ਬਾਬਾ ਸ੍ਰੀ ਚੰਦ ਜੀ ਨੇ ਮੌਲਵੀ ਨੂਰਦੀਨ ਚੁਗਤਾ ਨੂੰ ਰਾਮ ਅਤੇ ਰਹੀਮ ਅਤੇ ਹਿੰਦੂ ਮੁਸਲਮਾਨਾਂ ਨੂੰ ਇੱਕੋ ਅੱਲਾਹ ਤਾਲਾ ਅਤੇ ਖੁਦਾ ਤੇ ਪ੍ਰਭੂ ਸਮਝਣਾ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਹੀ ਨੂਰ ਤੋਂ ਉਪਜਿਆ ਸਮਝ ਕੇ ਉੱਚ ਨੀਚ ਦੇ ਭੇਦ ਭਾਵ ਨੂੰ ਮਿਟਾ ਕੇ ਉਸ ਦੇ ਸ਼ੰਕਿਆਂ ਨੂੰ ਨਿਰਵਿਰਤ ਕੀਤਾ ਤਾਂ ਮੌਲਵੀ ਜੀ ਨੇ ਸੀਸ ਝੁਕਾਇਆ ਅਤੇ ਕਿਹਾ ਕਿ ਨਾਨਕ ਦਰਵੇਸ਼ ਧੰਨ ਹਨ ਅਤੇ ਉਹਨਾਂ ਦਾ ਇਹ ਸਾਈਂ ਮਲੰਗਾ ਫਰਜ਼ੰਦ ਵੀ ਧੰਨ ਹੈ। ਇਸੇ ਤਰ੍ਹਾਂ ਬਾਬਾ ਜੀ ਨੇ ਬਿਸ਼ਨਦਾਸ ਨਾਮੀ ਬ੍ਰਾਹਮਣ ਅਤੇ ਅਜਿੱਤੇ ਰੰਧਾਵੇ ਚੌਧਰੀ ਦੇ ਸ਼ੰਕੇ ਦੂਰ ਕੀਤੇ ਅਤੇ ਸੁਨਹਿਰੀ ਜੀਵਨ ਜਿਉਣ ਦਾ ਉਪਦੇਸ਼ ਦਿੱਤਾ। ਸੇਵਾ, ਸਿਮਰਨ ਅਤੇ ਪ੍ਰਭੂ ਦਾ ਨਾਮ ਜਪਣਾ ਅਤੇ ਅਜਿਹੀ ਹਲੀਮੀ, ਕ੍ਰਾਮ, ਕਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਮਾਰ ਕੇ ਉੱਚ ਨੀਚ ਦੇ ਭੇਦਭਾਵ ਨੂੰ ਮਿਟਾ ਕੇ ਇੱਕ ਸੰਗਤ ਤੇ ਪੰਗਤ ਦਾ ਮਹਾਨ ਗਾਡੀ ਰਾਹ ਦਰਸਾਇਆ। ਬਾਬਾ ਸ੍ਰੀ ਚੰਦ ਜੀ ਉਦੋਂ 15 ਬਰਸ ਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਵਾਪਸ ਆਏ ਤਾਂ ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੀ ਉਦਾਸੀ ਦੀਆਂ ਸਾਰੀਆਂ ਸਾਖੀਆਂ, ਤਜੁਰਬੇ, ਦੇਸ਼ ਦੇਸ਼ਾਂਤਰਾਂ ਦੇ ਰਟਨ ਬਾਰੇ ਵਾਕਿਆਂ ਨੂੰ ਭਲੀ ਭਾਂਤ ਸਾਂਝਾ ਕਰਕੇ ਆਪਣੇ ਸੁਪੁੱਤਰ ਦੇ ਗਿਆਨ ਭੰਡਾਰ ਵਿੱਚ ਵਾਧਾ ਕੀਤਾ। ਬਾਬਾ ਜੀ ਉਸ ਵਕਤ 15 ਸਾਲਾਂ ਦੇ ਸਨ ਜਦੋਂ ਉਹਨਾਂ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਲਈ ਕਮਸ਼ੀਰ ਭੇਜ ਦਿੱਤਾ। ਕਿਹਾ ਜਾਂਦਾ ਹੈ ਕਿ ਇੱਕ ਵਾਰ ਕਾਸ਼ੀ ਤੋਂ ਆਏ ਤੁਰੰਦਰ ਵਿਦਵਾਨ ਪੰਡਿਤ ਸੋਮਨਾਥ ਤ੍ਰਿਪਾਠੀ ਦੇ ਨਾਲ ਸ਼ਾਸਤਰਾ ਅਰਥ ਕਰਦਿਆਂ ਬਾਬਾ ਸ੍ਰੀ ਚੰਦ ਜੀ ਨੇ ਪਰਮਾਰਥ ਅਤੇ ਨਿਰਗੁਣ ਸਰਗੁਣ ਦੇ ਸਰੂਪ ਆਦ ਵਿਸ਼ਿਆਂ ਉੱਤੇ ਜੁਗਤ ਭਰੇ ਭਾਵਪੂਰਤ, ਗਿਆਨਮਈ, ਦਰਸ਼ਨ ਸ਼ਾਸਤ, ਵੇਦਾਂ, ਸਿਮਰਤੀਆਂ ਵਿੱਚੋਂ ਸੰਕੇਤ, ਵਿਆਖਿਆ ਤੇ ਦ੍ਰਿਸ਼ਟਾਂਤ ਅਤੇ ਵੈਦਿਕ ਧਰਮ ਅਤੇ ਭਗਵਤ ਗੀਤਾ ਦੇ ਹਵਾਲੇ ਦੇ ਕੇ ਸੂਖਸ਼ਮ ਤੋਂ ਸੂਖਮ ਪ੍ਰਸ਼ਨਾਂ ਦਾ ਉੱਤਰ ਦਿੱਤਾ ਅਤੇ ਸ਼ੰਕਾ ਨਿਵਰਤ ਕੀਤੀ ਤਾਂ ਤ੍ਰਿਪਾਠੀ ਜੀ ਨਿਰੁੱਤਰ ਹੋ ਗਏ, ਜਿਸ ਕਰਕੇ ਬਾਬਾ ਸ੍ਰੀ ਚੰਦ ਜੀ ਦੀ ਉਪਮਾ ਅਤੇ ਚਰਚਾ ਸਾਰੇ ਕਸ਼ਮੀਰ ਦੇ ਗਗਨ ਮੰਡਲ ਵਿੱਚ ਜਗਮਗਾਉਣ ਲੱਗ ਪਈ। ਬਾਬਾ ਸ੍ਰੀ ਚੰਦ ਜੀ ਨੇ ਪਹਿਲੀ ਯਾਤਰਾ 1524 ਈਸਵੀ ਤੋਂ ਆਰੰਭੀ। ਉਦੋਂ ਆਪ ਲਗਭਗ 30 ਸਾਲ ਦੇ ਸਨ। ਉਹਨਾਂ ਦੇ ਬਚਪਨ ਦਾ ਸਾਥੀ ਭਾਈ ਕਮਲੀਆ ਬਾਬਾ ਸ੍ਰੀ ਚੰਦ ਜੀ ਦੇ ਨਾਲ ਸੀ। ਬਾਬਾ ਸ੍ਰੀ ਚੰਦ ਹਰਿਦੁਆਰ, ਰਿਸ਼ੀਕੇਸ਼, ਲਛਮਣ ਝੂਲਾ ਅਤੇ ਉੱਤਰ ਪ੍ਰਦੇਸ਼ ਦੇ ਪਿੰਡਾਂ ਵਿੱਚੋਂ ਹੁੰਦੇ ਹੋਏ ਮਥੁਰਾ, ਆਗਰਾ, ਕਾਨਪੁਰ, ਲਖਨਊ, ਫੌਜ਼ਾਬਾਦ, ਆਯੁਧਿਆ, ਪ੍ਰਯਾਗ ਆਦਿ ਥਾਵਾਂ ਤੋਂ ਹੁੰਦੇ ਹੋਏ ਕਾਸੀ ਪੁੱਜੇ, ਜਿੱਥੇ ਬਾਬਾ ਜੀ ਸੋਮਨਾਥ ਤ੍ਰਿਪਾਠੀ ਦੇ ਸਥਾਨ ਤੇ ਕਈ ਦਿਨ ਟਿਕੇ ਰਹੇ। ਉੱਥੋਂ ਬਾਬਾ ਜੀ ਪਟਨਾ, ਕਾਮਰੂਪ, ਬੰਗਾਲ ਤੋਂ ਉੜੀਸਾ ਤੇ ਕਟਕ ਪੁੱਜੇ। ਬਾਅਦ ਵਿੱਚ ਜਗਨਨਾਥਪੁਰੀ ਗਏ। ਇੱਥੋਂ ਦੇ ਪਾਂਡਿਆਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਦਾ ਆਉਣਾ ਸੁਣ ਕੇ ਬਹੁਤ ਖੁਸ਼ੀਆਂ ਮਨਾਈਆਂ। ਉੱਥੇ ਬਾਬਾ ਸ੍ਰੀ ਚੰਦ ਜੀ ਦੀ ਯਾਦ ਵਿੱਚ ਪਰਮ ਉਦਾਸੀ ਬਾਲੂ ਹਸਨਾ ਜੀ ਦਾ ਮੰਗੂ ਮੱਠ ਸਥਾਪਿਤ ਕੀਤਾ ਗਿਆ। ਪੁਰੀ ਦੇ ਰਾਜੇ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ 300 ਵਿਗੇ ਜ਼ਮੀਨ ਵੀ ਲਗਵਾ ਦਿੱਤੀ, ਜੋ ਅੱਜ ਤੱਕ ਤੁਰੀ ਆਉਂਦੀ ਹੈ। ਫਿਰ ਬਾਬਾ ਜੀ ਮੱਧ ਪ੍ਰਦੇਸ਼ ਦੇ
ਬਿਆਬਾਨ ਜੰਗਲਾਂ ਵਿੱਚੋਂ ਵਿਚਰਦੇ ਹੋਏ ਪ੍ਰਸਿੱਧ ਇਤਿਹਾਸਕ ਤੀਰਥ ਅਮਰਕੰਟਕ ਦੇ ਅਸਥਾਨ ਤੇ ਪੁੱਜੇ, ਜਿਸ ਦੀ ਪਹਾੜ ਚੋਟੀ ਤੋਂ 4 ਵੱਡੇ ਦਰਿਆ ਚੌਹਾਂ ਦਿਸ਼ਾਵਾਂ ਨੂੰ ਨਿਕਲਦੇ ਹਨ। ਪੁਰਾਣੇ ਸਮੇਂ ਇਸ ਅਸਥਾਨ ਤੇ ਵੱਡੇ ਵੱਡੇ ਰਿਸ਼ੀ ਤਪ ਕਰਦੇ ਸਨ। ਬਾਬਾ ਜੀ ਨੇ ਪੱਛਮ ਦੇਸ਼ਾਂ ਦਾ ਰਟਨ ਕਰਦੇ ਹੋਏ ਜਦੋਂ ਪੇਸ਼ਾਵਰ ਸ਼ਹਿਰ ਦੇ ਲਾਗੇ ਇੱਕ ਹਵੇਲੀ ਵਿੱਚ ਆ ਕੇ ਡੇਰਾ ਲਾਇਆ ਤਾਂ ਯੂਸਫ ਨਾਂ ਦੇ ਹਾਕਮ ਨੇ ਉਹਨਾਂ ਦਾ ਡੇਰਾ ਚੁਕਾ ਦਿੱਤਾ ਤੇ ਘੋੜਿਆਂ ਲਈ ਅਸਤਬਲ ਬਣਾ ਦਿੱਤਾ। ਜਦੋਂ ਘੋੜੇ ਕਿਸੇ ਗੈਬੀ ਬਿਮਾਰੀ ਨਾਲ ਮਰਨ ਲੱਗੇ ਤਾਂ ਹਾਕਮ ਨੇ ਬਾਬਾ ਜੀ ਦੇ ਚਰਨੀ ਲੱਗ ਕੇ ਮੁਆਫੀ ਮੰਗੀ ਤੇ ਉਹਨਾਂ ਨੂੰ ਡੇਰਾ ਵਾਪਸ ਕਰ ਦਿੱਤਾ। ਕਸ਼ਮੀਰ ਵਿੱਚ ਬਾਬਾ ਜੀ ਕਈ ਵਾਰੀ ਗਏ। ਉੱਥੋਂ ਦੇ ਸ਼ੇਖ ਨਾਲ ਮੁਲਾਕਾਤ ਹੋਈ। ਬਾਬਾ ਜੀ ਨੇ ਉਸ ਨੂੰ ਸੰਦੇਸ਼ ਦਿੱਤਾ ਕਿ ਤੁਸੀਂ ਲੋਭ ਲਾਲਚ ਵਸ ਹਿੰਦੂਆਂ ਨੂੰ ਮੁਸਲਮਾਨ ਤਾਂ ਬਣਾ ਸਕਦੇ ਹੋ, ਪਰ ਉਹਨਾਂ ਦੇ ਦਿਲੋਂ ਰਾਮ ਦਾ ਨਾਮ ਨਹੀਂ ਕੱਢ ਸਕਦੇ। ਹਮਾਯੂ ਬਾਦਸ਼ਾਹ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਭਾਂਜ ਖਾ ਕੇ ਵਾਪਸ ਆ ਰਿਹਾ ਸੀ ਤਾਂ ਉਸਨੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਤੇ ਅਸੀਸ ਪ੍ਰਾਪਤ ਕੀਤੀ। 13 ਸਾਲ ਮਗਰੋਂ ਸ਼ੇਰ ਸ਼ਾਹ ਨਾਲ ਯੁੱਧ ਕੀਤਾ ਤੇ ਜਿੱਤ ਪ੍ਰਾਪਤ ਕੀਤੀ। 1588 ਈਸਵੀ ਵਿੱਚ ਮਹਾਰਾਣਾ ਪ੍ਰਤਾਪ ਵੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਇਆ, ਕਿਉਂਕਿ ਉਹ ਹਲਦੀ ਘਾਟੀ ਦੀ ਲੜਾਈ ਵਿੱਚ ਬਾਦਸ਼ਾਹ ਅਕਬਰ ਤੋਂ ਹਾਰ ਗਿਆ ਸੀ। ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਮਹਾਰਾਣਾ ਪ੍ਰਤਾਪ ਦਾ ਹੌਸਲਾ ਬੁਲੰਦ ਹੋ ਗਿਆ ਤੇ ਉਸਨੇ ਚਿਤੌੜ ਨੂੰ ਛੱਡ ਕੇ ਬਾਕੀ ਦਾ ਆਪਣਾ ਖੁੱਸਿਆ ਹੋਇਆ ਇਲਾਕਾ ਬਾਦਸ਼ਾਹ ਤੋਂ ਵਾਪਸ ਛੁਡਵਾ ਲਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਦਾ ਗੁਰੂ ਘਰ ਨਾਲ ਚੰਗਾ ਸਬੰਧ ਬਣਿਆ ਰਿਹਾ। ਗੁਰੂ ਅੰਗਦ ਦੇਵ ਜੀ ਨੇ ਬਾਬਾ ਦਾਤੂ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਭੇਟਾ ਕਰ ਦਿੱਤਾ ਸੀ। ਗੁਰੂ ਅਮਰਦਾਸ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ 500 ਰੁਪਏ ਦੀ ਭੇਟ ਨਾਲ ਇੱਕ ਘੋੜੇ ਦਾ ਨਜ਼ਰਾਨਾ ਵੀ ਕਰ ਦਿੱਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਵੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ ਸਨ। ਗੁਰੂ ਅਰਜਨ ਦੇਵ ਜੀ ਵੀ 1599 ਈਸਵੀ ਵਿੱਚ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਆਏ ਤੇ 6 ਮਹੀਨੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ ਤਾਂ ਆਪਣਾ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਭੇਟਾ ਕਰ ਦਿੱਤਾ ਤਾਂ ਬਾਬਾ ਜੀ ਨੇ ਫਰਮਾਇਆ ਕਿ ਸਾਡੇ ਬਾਅਦ ਸਾਡਾ ਜਾਨਸੀਨ ਇਹੋ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਕਰਕੇ ਜਾਣਿਆ ਜਾਏਗਾ। ਉਦਾਸੀ ਭੇਖ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਕੇ ਆਪਣਾ ਪ੍ਰਮੁੱਖ ਸ਼ਿਸ਼ ਬਣਾ ਲਿਆ। ਬਾਬਾ ਸ੍ਰੀ ਚੰਦ ਜੀ ਨੇ ਆਪਣੀ 149 ਵਰਿਆਂ ਦੀ ਆਯੂ ਵਿੱਚ ਘੱਟੋ ਘੱਟ 20 ਤੋਂ 25,000 ਕਿਲੋਮੀਟਰ ਦਾ ਸਫ਼ਰ ਕੀਤਾ ਅਤੇ ਪਿਤਾ ਦੇ ਮਿਸ਼ਨ ਨੂੰ ਅੱਗੇ ਤੋਰਿਆ। ਬਾਬਾ ਗੁਰਦਿੱਤਾ ਜੀ ਨੇ 4 ਪ੍ਰਸਿੱਧ ਧੂਣਿਆਂ ਦੀ ਸਥਾਪਨਾ ਕੀਤੀ: ਉੜਾ, ਫੂਲ ਸਾਹਿਬ, ਐੜਾ, ਬਾਲੂ ਹਸਨਾ ਜੀ, ਈੜੀ, ਅਲਮਸਤ ਸਾਹਿਬ ਜੀ, ਸੱਸਾ, ਗੋਇੰਦਾ ਜੀ। ਬਿਹਾਰ ਵਿੱਚ ਉਦਾਸੀਆਂ ਸੰਤਾਂ ਦੇ ਡੇਰੇ ਲਗਭਗ 1000 ਦੇ ਕਰੀਬ ਹਨ। ਇਕੱਲੇ ਪਟਨਾ ਸਾਹਿਬ ਵਿਖੇ 300 ਤੋਂ ਵੱਧ ਸਥਾਨ ਉਦਾਸੀ ਸੰਤਾਂ ਦੇ ਹਨ। ਇਹਨਾਂ ਸਾਰੇ ਸਥਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹਨ। ਅੱਜ ਜੋ ਸਾਡੇ ਕੋਲ ਇਤਿਹਾਸਕ ਗੁਰਦੁਆਰੇ ਹਨ, ਇਹਨਾਂ ਚੋਂ ਬਹੁਤ ਸਾਰਿਆਂ ਦੀ ਨਿਸ਼ਾਨਦੇਹੀ ਵੀ ਉਦਾਸੀ ਸੰਤਾਂ ਨੇ ਕੀਤੀ ਹੈ। ਪੁਰਾਤਨ ਸਮਿਆਂ ਵਿੱਚ ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਉਦਾਸੀ ਸੰਤਾਂ ਨੇ ਪੈਦਲ ਚੱਲ ਕੇ, ਭੁੱਖੇ ਤਿਹਾਏ ਰਹਿ ਕੇ, ਗੁਰੂ ਸਾਹਿਬਾਨਾਂ ਦੇ ਠਹਿਰਨ ਦੇ ਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ। ਡੇਰਾ ਬਾਬਾ ਨਾਨਕ ਵੀ ਉਦਾਸੀ ਸੰਤਾਂ ਕਰਕੇ ਵਿਸ਼ੇਸ਼ਤਾ ਰੱਖਦਾ ਹੈ। ਉਦਾਸੀ ਸੰਤਾਂ ਦੀਆਂ ਮਨੁੱਖਤਾ ਦੀ ਭਲਾਈ ਲਈ ਕੀਤੇ ਕੰਮਾਂ ਨੂੰ ਸੰਸਾਰ ਹਮੇਸ਼ਾ ਯਾਦ ਰੱਖੇਗਾ। ਸਿੱਖ ਧਰਮ ਬਾਬਾ ਸ੍ਰੀ ਚੰਦ ਜੀ ਤੇ ਉਹਨਾਂ ਦੇ ਅਨੁਯਾਈਆਂ ਦਾ ਹਮੇਸ਼ਾ ਰਿਣੀ ਰਹੇਗਾ।